Hello दोस्तों, welcome to Siddhi Punjab. So today we are going to cover the current affairs of 16th and 17th November ਜਿਹੜੇ ਵੀ ਸਾਡੇ ਇੰਪੋਰਟੈਂਟ ਕਰੰਟ ਅਫੇਅਰਸ ਆ ਆਪਾਂ ਡਿਸਕਸ ਕਰਾਂਗੇ। ਠੀਕ ਹੈ ਜੀ, ਤੁਹਾਨੂੰ ਕੋਈ ਕੁਐਰੀ ਹੋ, ਕੋਈ ਡਾਊਟ ਹੋ ਵਿਦ ਰਿਗਾਰਡ ਟੂ ਯੋਰ ਪ੍ਰੈਪਰੇਸ਼ਨ, ਯੂ ਵਾਂਟ ਟੂ ਡਿਸਕਸ ਕਿ ਅੱਗੇ ਕਿਵੇਂ ਤੁਸੀਂ ਆਪਦੀ ਪ੍ਰੈਪਰੇਸ਼ਨ ਲੈ ਕੇ ਜਾ ਸਕਦੇ ਹੋ, ਜਸਟ ਕੰਟੈਕਟ ਮੀ ਔਨ ਦਿਸ ਨੰਬਰ, WhatsApp ਕਰੋ ਜਾਂ ਟੈਲੀਗ੍ਰਾਮ ਕਰੋ, ਆਈ ਵਿਲ ਬੀ ਦੇयर ਟੂ ਰਿਸਪੌਂਡ ਟੂ ਯੋਰ ਕੁਐਰੀਜ਼। ਠੀਕ ਹੈ ਜੀ, ਬਾਕੀ ਅਗਰ ਤੁਸੀਂ ਕੋਈ ਵੀ ਪ੍ਰੋਗਰਾਮ ਵਗੈਰਾ ਸਾਡੇ ਐਕਸੈਸ ਕਰਨਾ ਚਾਹੁੰਦੇ ਹੋ ਤਾਂ ਸਿੱਧਾ siddhipunjab.com ਸਾਈਟ ਤੇ ਜਾਓ। ਉੱਥੇ ਤੁਹਾਨੂੰ ਪ੍ਰੀਵੀਅਸ ਈਅਰ ਕੁਐਸਚਨਸ ਵੀ ਮਿਲਣਗੇ, ਸਿਲੇਬਸ ਵੀ ਮਿਲੂਗਾ ਪੀਪੀਐਸਸੀ ਦਾ, ਤੇ ਜਿਹੜੇ ਸਾਡੇ ਕੋਰਸ ਹੈ ਤੁਹਾਡੀ ਸਹੂਲੀਅਤ ਲਈ ਉਹ ਵੀ ਮਿਲਣਗੇ। ਠੀਕ ਹੈ, ਤਾਂ ਪੂਰਾ ਵੈਬਸਾਈਟ ਨੂੰ ਗੋ ਥਰੂ ਕਰੋ ਤਾਂ ਕਿ ਤੁਹਾਡੇ ਉਹ ਹੈਲਪ ਕਰ ਸਕੇ। ਸਾਰੇ ਪੇਪਰਸ ਵਗੈਰਾ ਡਾਊਨਲੋਡ, ਸਿਲੇਬਸ ਵਗੈਰਾ ਡਾਊਨਲੋਡ ਕਰਕੇ ਰੱਖੋ। ਰਾਈਟ, ਲੈਟਸ ਸੀ ਦ ਟੌਪਿਕਸ। ਸੋ ਫਰਸਟ, ਪੰਜਾਬ ਗੈਟਸ ਫਰਸਟ ਰੇਲ ਕੋਚ ਰੈਸਟੋਰੈਂਟ। ਠੀਕ ਹੈ ਜੀ, ਕਿੱਥੇ ਬਣਿਆ ਹੈ? ਪ੍ਰੀਲਿਮਸ 'ਚ ਕਈ ਵਾਰ ਪੁੱਛਿਆ ਜਾ ਸਕਦਾ, ਵੈਸੇ ਤਾਂ ਇਹਦਾ ਕੋਈ ਇੰਪੋਰਟੈਂਸ ਜ਼ਿਆਦਾ ਨਹੀਂ ਹੈਗਾ ਔਰ ਐਜ਼ ਐਨ ਐਗਜ਼ਾਮਪਲ ਯੂਜ਼ ਕਰ ਸਕਦੇ ਹੋ। ਸੋ ਥੋੜਾ ਡਿਸਕਸ ਕਰ ਲਵਾਂਗੇ। ਰਾਈਟ, ਲੈਂਸੈਟ ਦੀ ਨਈ ਰਿਪੋਰਟ ਆਈ ਹੈ ਔਨ ਕਲਾਈਮੇਟ ਚੇਂਜ ਐਂਡ ਹੈਲਥ ਇੰਪੈਕਟਸ। ਇਹਦੀ ਫਾਈਂਡਿੰਗਸ ਨੂੰ ਦੇਖ ਲਵਾਂਗੇ, ਆਪਣੇ ਆਂਸਰਸ ਚ ਐਸੇਸ ਚ ਕੋਟ ਕਰ ਸਕਦੇ ਹਾਂ। ਇੰਡੀਆ ਇੰਕਸ IPEF ਪੈਕਟ। ਠੀਕ ਹੈ ਜੀ, IPEF ਪੈਕਟ ਕਿਆ ਹੈ ਇਹਦਾ ਆਪਾਂ ਦੇਖ ਲਵਾਂਗੇ, ਬਿਕੋਜ਼ ਇਟ ਕੈਨ ਬੀ ਆਸਕਡ ਇਨ IR ਪਾਰਟ। PM launches विकसित भारत संकल्प यात्रा। राइट, अगेन प्रीलिम्स ਲਈ का इंपॉर्टेंट हो सकता है, क्वेश्चन आ सकता है और आंसर ਆਪਾਂ ਇਹਨੂੰ ਮੈਂਸ਼ਨ ਕਰ ਸਕਦੇ ਹਾਂ। ਰਾਈਟ, ਲੈਟਸ ਗੈਟ ਇਨਟੂ ਦ ਡਿਸਕਸ਼ਨ ਨਾਓ। ਪੰਜਾਬ ਗੈਟਸ ਫਰਸਟ ਰੇਲ ਕੋਚ ਰੈਸਟੋਰੈਂਟ ਐਟ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ। ਠੀਕ ਹੈ ਜੀ, ਦੇਖੋ ਹੁਣ ਸਿੰਪਲ ਨਿਊਜ਼ ਹੈ ਦੈਟ ਪੰਜਾਬ ਦਾ ਫਰਸਟ ਰੇਲ ਕੋਚ ਰੈਸਟੋਰੈਂਟ ਜਿਹੜਾ ਹੈ ਉਹ ਰਿਲੀਜ਼ ਹੋਇਆ ਹੈ। ਰੇਲ ਕੋਚ ਰੈਸਟੋਰੈਂਟ ਦਾ ਕੀ ਮਤਲਬ ਹੈ? ਐਜ਼ ਯੂ ਕੈਨ ਅੰਡਰਸਟੈਂਡ ਫਰਮ ਦ ਨੇਮ, ਰੇਲ ਦੇ ਜਿਹੜੇ ਕੋਚਿਸ ਹੈ, ਰੇਲਵੇਜ਼ ਤੁਹਾਨੂੰ ਪਤਾ ਹੈ ਜਿਹੜੀਆਂ ਟ੍ਰੇਨਸ ਹੁੰਦੀਆਂ ਹੈ, ਮੈਨੀ ਆਫ ਦ ਟ੍ਰੇਨਸ ਦੇ ਗੋ ਆਊਟ ਆਫ ਸਰਵਿਸ ਆਲਸੋ। ਉਹਨਾਂ ਦੇ ਕੋਚਿਸ ਜੋ ਹੁੰਦੇ ਨੇਗੇ ਉਹ ਫ੍ਰੀ ਪਏ ਹੁੰਦੇ ਆ, that they will be, they will be sent for refurbishing or they will be, recycled or broken down। ਠੀਕ ਹੈ, ਸੋ ਹੁਣ ਇਹਨਾਂ ਨੇ ਕਿਆ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਪੁਰਾਣੇ ਟ੍ਰੇਨ ਦੇ ਕੋਚਿਸ ਨੂੰ ਦੇ ਵਿਲ ਕਨਵਰਟ ਇਨਟੂ ਰੈਸਟੋਰੈਂਟਸ, ਰੈਸਟੋਰੈਂਟ ਦੇ ਟੇਬਲਸ, ਰੂਮਸ ਦੀ ਤਰ੍ਹਾਂ ਕਨਵਰਟ ਕਰ ਦੇਣਗੇ ਟੂ ਕ੍ਰੀਏਟ ਰੈਸਟੋਰੈਂਟ ਔਨ ਵੀਲਸ, ਟੂ ਕ੍ਰੀਏਟ ਫੂਡ ਔਨ ਵੀਲਸ ਫॉर ਦੀ ਰੇਲਵੇਜ਼। ਠੀਕ ਹੈ, ਇਹਦੇ ਨਾਲ ਕਿਆ ਹੋਏਗਾ? ਟੂਰਿਜ਼ਮ ਵਿਲ ਗੈਟ ਪ੍ਰਮੋਟਡ, ਟੂਰਿਜ਼ਮ ਜਾਂ ਤੁਸੀਂ ਕਹਿ ਸਕਦੇ ਹੋ ਲੋਕਲ inflow for dinner purposes, lunch purposes, meal purposes will increase। ਠੀਕ ਹੈ, ਇਹਦੇ ਨਾਲ ਕਿਆ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਰੇਲਵੇ ਡਿਪਾਰਟਮੈਂਟ? ਰੈਵਨਿਊ ਜਨਰੇਟ ਕਰ ਰਹੀ ਹੈ, ਇੰਪਲੋਇਮੈਂਟ ਜਨਰੇਟ ਕਰ ਰਹੀ ਹੈ ਰੀਜਨ ਦੇ ਵਿੱਚ। ਰਾਈਟ, ਸੋ ਇਹ ਬਹੁਤ ਅੱਛੀ ਐਗਜ਼ਾਮਪਲ ਦੀ ਤਰ੍ਹਾਂ ਤੁਸੀਂ ਯੂਜ਼ ਕਰ ਸਕਦੇ ਹੋ ਦੈਟ ਹਾਊ ਪੰਜਾਬ ਕੈਨ ਬੈਟਰ ਮੈਨੇਜ ਇਟਸ ਇਕੋਨਮੀ। ਦਿਸ ਇਜ਼ ਵਨ ਵੇ ਵਟ ਪਠਾਨਕੋਟ ਇਜ਼ ਡੂਇੰਗ। ਦਿਸ ਕੈਨ ਬੀ ਰੈਪਲੀਕੇਟਡ ਇਨ ਅਦਰ ਏਰੀਆਜ਼ ਆਲਸੋ। ਪੰਜਾਬ ਨੂੰ ਤਾਂ ਚਾਹੀਦਾ ਹੈ, ਐਗਰੀਕਲਚਰ ਤੇ ਅਸੀਂ ਡਿਪੈਂਡੈਂਟ ਨਹੀਂ ਰਹਿ ਸਕਦੇ। ਵੀ ਵਾਂਟ ਟੂ ਮੂਵ ਅਵੇ ਫਰੋਮ ਐਗਰੀਕਲਚਰ ਟੂ ਇੰਡਸਟਰੀ ਟੂ ਸਰਵਿਸਿਜ਼ ਸੈਕਟਰ। ਧੀਰੇ ਧੀਰੇ ਇਹ ਸਭ ਗਰੋ ਹੋ ਰਿਹਾ ਹੈ, ਬਟ ਵੀ ਹੈਵ ਟੂ ਗਰੋ ਇਟ ਟੂ ਹਾਇਰ ਲੈਵਲ ਤਾਂ ਕਿ ਸਾਡੇ ਜਿਹੜੇ ਯੂਥ ਬਾਹਰ ਜਾਣਾ ਬੰਦ ਕਰਨ, ਉਹਨਾਂ ਨੂੰ ਓਪਰਚੁਨਿਟੀਜ਼ ਇੱਥੇ ਹੀ ਮਿਲਣ, ਗਰੋਥ ਇੱਥੇ ਹੀ ਮਿਲੇ, ਇਨਕਮ ਇੱਥੇ ਹੀ ਮਿਲੇ। ਰਾਈਟ, ਸੋ ਇਹ ਇੱਕ ਤਾਂ ਯਾਦ ਰੱਖਣਾ ਕਿ ਪਠਾਨਕੋਟ ਚ ਬਣਿਆ ਹੈ, ਇਹ ਤੇ ਪ੍ਰੀਲਿਮਸ ਦਾ ਕੁਐਸਚਨ ਬਣ ਸਕਦਾ ਹੈ, ਅਦਰਵਾਈਜ਼ ਐਜ਼ ਐਨ ਐਗਜ਼ਾਮਪਲ ਤੁਸੀਂ ਆਪਦੇ ਐਸੇਜ਼ ਆਨਸਰਸ ਚ ਇਹਨੂੰ ਯੂਜ਼ ਕਰ ਸਕਦੇ ਹੋ। ਠੀਕ ਹੈ ਜੀ, ਸੈਕਿੰਡ, at current temperature rise annual death rate। ਸੋ ਦੇਖੋ ਲੈਂਸੈਟ ਦੀ 2023 ਦੀ ਰਿਪੋਰਟ ਆਈ ਹੈ, ਰਿਪੋਰਟ ਦਾ ਨਾਮ ਕਿਆ ਹੈ? ਕਾਊਂਟਡਾਊਨ ਔਨ ਹੈਲਥ ਐਂਡ ਕਲਾਈਮੇਟ ਚੇਂਜ। ਠੀਕ ਹੈ ਜੀ, ਇਸ ਦੇ ਵਿੱਚ ਉਹ ਦੱਸਦੇ ਨੇ ਕਿ ਕਲਾਈਮੇਟ ਚੇਂਜ ਕਿੰਨਾ ਕਿੰਨਾ ਹੋ ਰਿਹਾ ਹੈ, ਕਿਵੇਂ ਸਾਡੀ ਹੈਲਥ ਨੂੰ ਇੰਪੈਕਟ ਕਰੇਗਾ, ਨਿਊਟ੍ਰੀਸ਼ਨ ਨੂੰ, ਡੈਥਸ ਕਿਵੇਂ ਵਧਣਗੀਆਂ, ਉਹ ਸਭ ਡਾਟਾ ਇਹ ਦਿੰਦੇ ਹੈ। ਠੀਕ ਹੈ, ਸੋ ਇਹਨੂੰ ਆਪਾਂ ਆਪਦੇ ਆਨਸਰਸ ਐਸਐਸ ਚ ਯੂਜ਼ ਕਰ ਸਕਦੇ ਹਾਂ, ਇਸ ਲਈ ਡਾਟਾ ਪੁਆਇੰਟਸ ਆਪਦੇ ਕੋਲ ਲਿਖ ਕੇ ਰੱਖਾਂਗੇ। ਸਭ ਤੋਂ ਪਹਿਲਾ ਆਬਜ਼ਰਵੇਸ਼ਨ ਜਿਹੜਾ ਹੈ, ਇਹਨੇ ਰਿਪੋਰਟ ਨੇ ਕਿਹਾ ਹੈ ਕਿ 2023 ਵਿੱਚ ਵਰਲਡ ਸੋ ਹਾਈਐਸਟ ਗਲੋਬਲ ਟੈਂਪਰੇਚਰਸ ਇਨ ਓਵਰ 1 ਲੱਖ ਈਅਰ। 1 ਲੱਖ ਈਅਰ ਚ ਇੰਨਾ ਟੈਂਪਰੇਚਰ ਨਹੀਂ ਹੋਇਆ ਹੈ ਅਰਥ ਤੇ ਜਿੰਨਾ 2023 ਦੇ ਵਿੱਚ ਆਪਾਂ ਵਿਟਨੈਸ ਕੀਤਾ ਹੈ। ਰਾਈਟ, ਸੋ ਓਬਵੀਅਸਲੀ ਬਹੁਤ ਕੰਸਰਨਿੰਗ ਗੱਲ ਹੈ। ਅਗਰ ਇੰਨਾ ਟੈਂਪਰੇਚਰ ਰਾਈਜ਼ ਹੋ ਰਿਹਾ ਹੈ, ਦੈਟ ਮੀਨਸ ਇੰਪੈਕਟਸ ਹੋਣਗੇ ਅਦਰ ਟਾਈਪ ਦੇ। ਸੋ ਇੰਪੈਕਟ ਕਿਆ ਹੈ? ਕਲਾਈਮੇਟ ਚੇਂਜ ਦੀ ਵਜ੍ਹਾ ਤੋਂ ਹੀਟ ਰਿਲੇਟਡ ਡੈਥਸ ਜਿਹੜੀਆਂ ਹੈ that can increase to 370% by mid of the century। 2050 ਤੱਕ ਅਗਰ ਤੁਸੀਂ ਗੱਲ ਕਰੋ ਤਾਂ ਨੰਬਰ ਆਫ ਹੀਟ ਰਿਲੇਟਡ ਡੈਥਸ ਕੈਨ ਇਨਕਰੀਜ਼ 370%। ਬਹੁਤ ਵੱਡਾ ਰਾਈਜ਼ ਹੈ। ਲੇਬਰ ਲਾਸ ਕੈਨ ਇਨਕਰੀਜ਼ 50%। ਇੰਨੀ ਗਰਮੀ 'ਚ ਲੇਬਰ ਕੰਮ ਕਿਵੇਂ ਕਰ ਪਾਊਗੀ? ਹੁਣ ਵੀ ਤੁਸੀਂ ਦੇਖੋ ਆਲਮੋਸਟ 11 ਤੋਂ ਲੈ ਕੇ 3 ਵਜੇ ਦਾ ਟਾਈਮ ਤਾਂ ਪ੍ਰੋਜੈਕਟਡ ਹੁੰਦਾ ਕਿ ਕੋਈ ਕੰਮ ਹੀ ਨਹੀਂ ਕਰ ਪਾਉਂਦਾ, ਸਪੈਸ਼ਲੀ ਕੰਸਟਰਕਸ਼ਨ ਸੈਕਟਰ 'ਚ ਜਿਹੜੇ ਆਊਟਡੋਰਸ ਵਰਕ ਕਰਦੇ ਨੇ। ਸੋ ਲੇਬਰ ਲਾਸ ਇਜ਼ ਪ੍ਰੋਜੈਕਟਡ ਟੂ ਇਨਕਰੀਜ਼
50%, ਠੀਕ ਹੈ। ਇਨਕਰੀਜ਼ ਦੀ ਗੱਲ ਕਰ ਰਹੇ ਹਾਂ ਆਪਾਂ, ਹੋ ਤਾਂ ਹੁਣ ਵੀ ਰਿਹਾ ਬਟ ਕਿੰਨਾ ਇਨਕਰੀਜ਼ ਹੋਏਗਾ ਆਉਣ ਵਾਲੇ ਟਾਈਮ 'ਚ। ਫੂਡ ਇਨਸਿਕਿਉਰਿਟੀ ਦੇ ਅੰਡਰ ਜੋ ਲੋਕ ਹੈ ਦੇ ਵਿਲ ਆਲਸੋ ਇਨਕਰੀਜ਼ ਬਾय 524.9 ਮਿਲੀਅਨ, ਠੀਕ ਹੈ। ਆਲਮੋਸਟ 525 ਮਿਲੀਅਨ ਲੋਕ ਜਿਹੜੇ ਹੈ ਮੋਰ ਐਡੀਸ਼ਨਲ ਲੋਕ ਵਿਲ ਫਾਲ ਇਨਟੂ ਫੂਡ ਇਨਸਿਕਿਉਰਿਟੀ, ਜਾਂ ਜਿਨ੍ਹਾਂ ਨੂੰ ਫੂਡ ਐਕਸੈਸਿਬਲ ਨਹੀਂ ਹੋਏਗਾ, ਰਾਈਟ। ਹੁਣ ਇਹ ਸਭ ਵਿੱਚ ਸਭ ਤੋਂ ਜ਼ਿਆਦਾ ਇੰਪੈਕਟ ਜਿਹੜਾ ਹੈ ਇਨਫੈਂਟਸ ਤੇ ਹੋਏਗਾ, ਜਿਹੜੇ 1 ਸਾਲ ਤੋਂ ਘੱਟ ਦੇ ਬੱਚੇ ਹੁੰਦੇ ਹੈ, ਐਂਡ ਐਲਡਰਲੀ ਤੇ ਸਭ ਤੋਂ ਜ਼ਿਆਦਾ ਇੰਪੈਕਟ ਹੋਏਗਾ। ਗਰਮੀ ਦਾ ਇੰਪੈਕਟ ਉਹਨਾਂ ਦੀ ਹੈਲਥ, ਮੈਂਟਲ ਹੈਲਥ ਤੇ ਬਹੁਤ ਜ਼ਿਆਦਾ ਪਏਗਾ, ਰਾਈਟ। ਐਂਡ ਸਭ ਤੋਂ ਵੱਡੀ ਕੰਸਰਨਿੰਗ ਗੱਲ ਕਿ ਜਿਹੜੀ ਡਰੌਟਸ ਹੈਗੇ ਹੈ ਲੈਂਡ ਤੇ, ਉਹ ਇਨਕਰੀਜ਼ ਹੋਣਗੇ। ਲੈਂਡ ਇਫੈਕਟਡ ਬਾਈ ਡਰੌਟਸ ਦੈਟ ਵਿਲ ਇਨਕਰੀਜ਼ from 18% in 1951, it is projected to increase to 47%। ਸੋ ਆਲਮੋਸਟ ਕਹਿ ਸਕਦੇ ਹਾਂ ਮੋਟਾ-ਮੋਟਾ ਕਿ ਡਬਲ ਤੋਂ ਵੀ ਜ਼ਿਆਦਾ ਇਨਕਰੀਜ਼ ਹੋਏਗਾ ਇਨ ਦੀ ਲੈਂਡਸ ਇੰਪੈਕਟਡ ਬਾਈ ਡਰੌਟਸ, ਠੀਕ ਹੈ ਜੀ। ਇਸ 'ਚ ਦੇਖੋ ਜ਼ਿਆਦਾ ਸਮਝਾਉਣ ਵਾਲਾ ਤਾਂ ਕੁਝ ਹੈ ਨਹੀਂ, ਇਹ ਫੈਕਚੁਅਲ ਡਾਟਾ ਹੈ। ਇਹਨੂੰ ਤੁਸੀਂ ਆਪਦੇ ਕੋਲ ਲਿਖ ਕੇ ਰੱਖੋ। ਇਹ ਸਾਰੇ 6 ਦੇ 6 ਪੁਆਇੰਟਸ ਕਿਤੇ ਨਾ ਕਿਤੇ ਤੁਹਾਨੂੰ ਜ਼ਰੂਰ ਕਲਾਈਮੇਟ ਚੇਂਜ ਇਨਵਾਇਰਨਮੈਂਟ ਦੇ ਐਸੇ 'ਚ ਜਾਂ ਆਨਸਰ 'ਚ ਕੰਮ ਆਉਣਗੇ। ਰਿਪੋਰਟ ਦਾ ਨਾਮ ਵੀ ਲਿਖ ਕੇ ਰੱਖੋ, ਇਹ ਰਿਨਾਊਂਡ ਰਿਪੋਰਟ ਹੈ। ਇਹ ਜੀ ਰਿਪੋਰਟਸ ਆਪਾਂ ਮੈਂਸ਼ਨ ਕਰ ਸਕਦੇ ਹਾਂ, ਰਾਈਟ। ਨੈਕਸਟ ਹੈਗਾ ਹੈ ਇੰਡੀਆ ਇੰਕਸ IPEF ਐਕਟ, ਇੰਡੋ ਪੈਸੀਫਿਕ ਇਕਨੋਮਿਕ ਫਰੇਮਵਰਕ ਜਿਹੜਾ ਹੈ ਉਹ ਸਾਈਨ ਹੋ ਗਿਆ ਹੈ, ਰਾਈਟ। ਹੁਣ ਇੰਡੋ ਪੈਸੀਫਿਕ ਇਕਨੋਮਿਕ ਫਰੇਮਵਰਕ ਕਿਆ ਹੈ, ਰਾਈਟ। ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇੰਡੋ ਪੈਸੀਫਿਕ ਰੀਜਨ ਕਿਆ ਹੈ, ਠੀਕ ਹੈ। ਆਲਦੋ ਦੇਖੋ ਬਹੁਤ ਸਾਰੇ ਲੋਕ ਡਿਫਰੈਂਟਲੀ ਇੰਟਰਪ੍ਰੇਟ ਕਰਦੇ ਹੈ, ਬਟ ਇੰਡੀਆ ਦੀ ਜੋ ਇੰਟਰਪ੍ਰੀਟੇਸ਼ਨ ਹੈ ਦੈਟ ਇਜ਼ ਵਾਟ ਆਈ ਐਮ ਗੋਇੰਗ ਟੂ ਟੈਲ ਯੂ, ਠੀਕ ਹੈ ਜੀ। ਇੰਡੀਆ ਕੰਸੀਡਰ ਕਰਦਾ ਹੈ ਕਿ ਅਫਰੀਕਨ ਕੋਸਟ ਤੋਂ ਲੈ ਕੇ ਆਸਟ੍ਰੇਲੀਅਨ ਕੋਸਟ ਤੱਕ, ਜਾਂ ਤੁਸੀਂ ਕਹਿ ਸਕਦੇ ਹੋ ਵੈਸਟਰਨ ਪੈਸੀਫਿਕ ਤੱਕ ਜਿਹੜਾ ਸਾਰਾ ਏਰੀਆ ਹੈ ਦੈਟ ਇਜ਼ ਇੰਡੋ ਪੈਸੀਫਿਕ, ਰਾਈਟ। ਸੋ ਇੰਡੋ ਪੈਸੀਫਿਕ ਇਕਨੋਮਿਕ ਫਰੇਮਵਰਕ ਦਾ ਕਿਆ ਮਤਲਬ ਹੈ, ਇਹ ਇੰਡੋ ਪੈਸੀਫਿਕ ਰੀਜਨ ਦੀਆਂ ਜਿੰਨੀਆਂ ਕੰਟਰੀਜ਼ ਹੈ ਜਿਹੜੀਆਂ ਵੀ ਇਹਨੂੰ ਟੱਚ ਕਰਦੀਆਂ ਨੇ, ਇਹਨਾਂ ਦੇ ਵਿੱਚ ਜੋ ਇਕਨੋਮਿਕ ਪੈਕਟ ਹੈ, ਇਕਨੋਮਿਕ ਕੋਈ ਕੋਆਪਰੇਸ਼ਨ ਹੈ, ਉਹਨੂੰ IPEF ਕਿਹਾ ਜਾ ਰਿਹਾ ਹੈ ਇਨ ਲੇਮੈਨਸ ਵਰਡ, ਠੀਕ ਹੈ। ਇਹ ਜਨਰਲ ਤੁਹਾਨੂੰ ਸਮਝਾਉਣ ਲਈ ਮਤਲਬ ਇਹ ਆਪਾਂ ਅੰਡਰਸਟੈਂਡਿੰਗ ਕਰ ਸਕਦੇ ਹਾਂ, ਰਾਈਟ। ਨਾਓ ਹੁਣ ਰੀਸੈਂਟਲੀ ਇਸ 'ਚ ਕਿਆ ਅਗਰੀਮੈਂਟ ਸਾਈਨ ਹੋਇਆ ਹੈ ਆਪਾਂ ਉਹ ਦੇਖ ਲੈਂਦੇ ਹਾਂ। IPEF, ਸੋ IPEF ਹੈਜ਼ ਬੀਨ ਸਾਈਨਡ ਬਿਟਵੀਨ ਇੰਡੀਆ ਐਂਡ 13 ਅਦਰ ਕੰਟਰੀਜ਼, ਠੀਕ ਹੈ। ਪੈਸੀਫਿਕ ਦੇ ਅਰਾਊਂਡ ਹੋਰ ਜਿਹੜੀਆਂ ਕੰਟਰੀਜ਼ ਹੈ ਲਾਈਕ ਜਾਪਾਨ, US, ਇਹ ਸਭ ਕੰਟਰੀਜ਼ ਨੇ ਮਿਲ ਕੇ ਇਹ ਪੈਕਟ ਨੂੰ ਸਾਈਨ ਕੀਤਾ ਹੈ। ਇਹਦਾ ਪਰਪਸ ਕਿਆ ਹੈ, ਸਪਲਾਈ ਚੇਨ ਰੈਜ਼ੀਲੀਅੰਸ ਬਣਾਉਣ ਲਈ, ਠੀਕ ਹੈ ਜੀ। ਸਪਲਾਈ ਚੇਨ ਰੈਜ਼ੀਲੀਅੰਸ ਕਿਆ ਹੁੰਦਾ ਹੈ, ਤੁਸੀਂ ਦੇਖੋ ਕਿ ਅੱਜ ਕੱਲ੍ਹ ਜੋ ਵੀ ਪ੍ਰੋਡਕਟਸ ਮੈਨੂਫੈਕਚਰ ਹੁੰਦੇ ਆ ਦੇ ਆਰ ਵੈਰੀ ਮਚ ਲਿੰਕਡ ਟੂ ਚਾਈਨਾ। ਚਾਈਨਾ 'ਚ ਕੋਈ ਨਾ ਕੋਈ ਪਾਰਟ ਤਾਂ ਹਰ ਇੱਕ ਪ੍ਰੋਡਕਟ ਦਾ ਬਣਦਾ ਹੀ ਹੈ। ਤੁਹਾਡੇ ਐਪਲ ਦਾ ਫੋਨ ਜਿਹੜਾ ਤੁਹਾਨੂੰ ਲੱਗਦਾ US ਤੋਂ ਆਉਂਦਾ ਹੈ, ਦੇ ਆਲਸੋ ਹੈਵ ਪਾਰਟਸ ਦੈਟ ਆਰ ਗੈਟਿੰਗ ਮੈਨੂਫੈਕਚਰਡ ਇਨ ਚਾਈਨਾ। ਮਤਲਬ ਕਿਆ ਹੈ, ਐਵਰੀ ਪ੍ਰੋਡਕਟ ਦੈਟ ਵੀ ਆਰ ਕੰਜ਼ਿਊਮਿੰਗ, ਉਹਦੀ ਸਪਲਾਈ ਚੇਨ ਜਿਹੜੀ ਹੈ ਕਿਵੇਂ ਨਾ ਕਿਵੇਂ ਚਾਈਨਾ ਦੇ ਵਿੱਚ ਲਿੰਕਡ ਹੈ, ਰਾਈਟ। ਸੋ ਅਗਰ ਚਾਈਨਾ ਦੇ ਵਿੱਚ ਕੁਝ ਵੀ ਹੋ ਜਾਂਦਾ ਹੈ, ਲੈਟਸ ਸੇ ਚਾਈਨਾ 'ਚ ਅਰਥਕੁਏਕ ਆ ਜਾਏ ਭਿਆਨਕ ਕਿ ਪੂਰਾ ਚਾਈਨਾ ਹਿਲ ਜੇ, ਕੋਵਿਡ ਆ ਗਿਆ ਜਿਹਦੇ ਕਰਕੇ ਚਾਈਨਾ ਬੰਦ ਹੋ ਗਿਆ ਸੀ, ਉਹਦੇ ਨਾਲ ਕਿਆ ਹੋਇਆ, ਇਹ ਪੂਰੀ ਦੀ ਪੂਰੀ ਸਪਲਾਈ ਚੇਨਸ ਡਿਸਟਰਬ ਹੋ ਗਈਆਂ, ਠੀਕ ਹੈ। ਦ ਕੰਪਨੀਜ਼, ਦ ਇੰਡਸਟਰੀਜ਼ ਦੇ ਵਰ ਸ਼ਟ ਡਾਊਨ। ਇਹਦੀ ਵਜ੍ਹਾ ਤੋਂ ਸਾਰੇ ਪ੍ਰੋਡਕਟਸ ਦੀ ਪ੍ਰੋਡਕਸ਼ਨ ਆਊਟਕਮ ਜਿਹੜਾ ਹੈ ਉਹ ਇੰਪੈਕਟ ਹੋਇਆ, ਰਾਈਟ। ਸਪਲਾਈ ਚੇਨ ਵਾਸ ਡਿਸਟਰਬਡ। ਇਹੋ ਜਿਹੇ ਇਵੈਂਟ ਨੂੰ ਫਿਊਚਰ 'ਚ ਬਚਾਉਣ ਲਈ, ਕਿ ਫਿਊਚਰ 'ਚ ਇਹੋ ਜਿਹਾ ਕੁਝ ਨਾ ਹੋਵੇ ਕਿ ਚਾਈਨਾ ਤੇ ਅਸੀਂ ਇੰਨੇ ਡਿਪੈਂਡੈਂਟ ਹੋਈਏ ਕਿ ਉਹਨੂੰ ਕੁਝ ਹੁੰਦਾ ਹੈ ਤਾਂ ਸਾਡੀ ਪੂਰਾ ਬਿਜ਼ਨਸ ਹੀ ਠੱਪ ਪੈ ਜੇ। ਇਸੇ ਲਈ ਸਪਲਾਈ ਚੇਨ ਰੈਜ਼ੀਲੀਅੰਸ ਤੇ ਕੰਮ ਕੀਤਾ ਜਾ ਰਿਹਾ ਹੈ ਕਿ ਆਲਟਰਨੇਟਿਵਸ ਕ੍ਰੀਏਟ ਕੀਤੇ ਜਾਣ, ਕਿ even if China is impacted, it does not impact the businesses of the companies, or the needs of the other countries are not impacted by this, ਠੀਕ ਹੈ। ਦੈਟ ਇਜ਼ ਵਾਟ ਇਜ਼ ਸਪਲਾਈ ਚੇਨ ਰੈਜ਼ੀਲੀਅੰਸ। ਹੁਣ ਇਹ ਕੰਟਰੀਜ਼ ਮਿਲ ਕੇ ਇਹੀ ਕੋਸ਼ਿਸ਼ ਕਰਨਗੀਆਂ ਕਿ ਜਿਹੜੇ ਮੈਨੂਫੈਕਚਰਿੰਗ ਯੂਨਿਟਸ ਹੈ, ਇੰਪੋਰਟੈਂਟ ਪਾਰਟਸ ਹੈ, ਉਹ ਚਾਈਨਾ ਤੋਂ ਇਲਾਵਾ ਹੋਰ ਕੰਟਰੀਜ਼ 'ਚ ਵੀ ਰੱਖੇ ਜਾਣ, ਜਿਵੇਂ ਕਿ ਵੀਅਤਨਾਮ ਹੋ ਗਿਆ, ਬੰਗਲਾਦੇਸ਼ ਹੋ ਗਿਆ, ਇੰਡੀਆ ਹੋ ਗਿਆ, ਮਾਇਨਮਾਰ, ਦੋ ਇਟ ਇਜ਼ ਨਾਟ ਯੈਟ ਸਟੇਬਲ, ਤਾਂ ਇਹਦੇ ਤੇ ਲੈਸ ਪੋਸੀਬਿਲਿਟੀ ਹੈ। ਬਟ ਦੀਜ਼ ਆਰ ਦ 3 ਮੋਸਟ ਕੰਪੀਟੀਟਿਵ ਜਾਂ ਮੋਸਟ ਕ੍ਰਿਟੀਕਲ ਪਲੇਸਿਸ ਜਿੱਥੇ ਇਹ ਸਪਲਾਈ ਚੇਨ ਰੈਜ਼ੀਲੀਅੰਸ ਦੇ ਆਲਟਰਨੇਟਿਵਸ ਬਣਨਗੇ,
ਰਾਈਟ। ਸੋ ਇਹਦੇ ਲਈ ਹੀ ਪੂਰਾ ਪੈਕਟ ਸਾਈਨ ਕਰ ਲਿਆ ਹੈ 13 ਕੰਟਰੀਜ਼ ਨੇ, ਦੇ ਵਿਲ ਵਰਕ ਟੂਵਰਡਸ ਕ੍ਰੀਏਟਿੰਗ ਸੱਚ ਅ ਸਿਸਟਮ। ਠੀਕ ਹੈ, ਇਹਦੇ ਲਈ 3 ਬੋਡੀਜ਼ ਵੀ ਸਪੈਸ਼ਲੀ ਇਹਨਾਂ ਨੇ ਸੈਟਅਪ ਕੀਤੀਆਂ, ਇੰਸਟੀਟਿਊਸ਼ਨਲ ਮੈਕੈਨਿਜ਼ਮ ਵੀ ਸੈਟਅਪ ਕਰ ਦਿੱਤਾ ਹੈ ਤਾਂ ਕਿ ਅਚੀਵ ਕਰ ਸਕਣ ਆਪਦੇ ਗੋਲਸ ਨੂੰ। 3 ਇੰਸਟੀਟਿਊਸ਼ਨਸ ਕਿਆ ਕਿਆ ਹੋਣਗੇ? ਇੱਕ ਆਈਪੀਐਫ ਸਪਲਾਈ ਚੇਨ ਕਾਉਂਸਿਲ ਹੋਏਗੀ ਜੋ ਡੇ ਟੂ ਡੇ ਬੇਸਿਸ ਤੇ ਡਿਸੀਜਨਸ ਲਏਗੀ ਕਿ ਕਿਵੇਂ ਅੱਗੇ ਆਪਾਂ ਵਧਾਵਾਂਗੇ, ਕਿਵੇਂ ਆਪਾਂ ਸਪਲਾਈ ਚੇਨ ਰੈਜ਼ਿਲੀਅੰਸ ਕ੍ਰੀਏਟ ਕਰਾਂਗੇ। ਠੀਕ ਹੈ ਜੀ। ਉਸ ਤੋਂ ਬਾਅਦ ਆਈਪੀਐਫ ਸਪਲਾਈ ਚੇਨ ਕ੍ਰਾਈਸਿਸ ਰਿਸਪੌਂਸ ਨੈਟਵਰਕ। ਠੀਕ ਹੈ ਜੀ, ਇਹ ਇਮਰਜੈਂਸੀ ਡਿਊਰਿੰਗ ਐਮਰਜੈਂਸੀਜ਼ ਕਮਿਊਨੀਕੇਸ਼ਨ ਇਸਟੈਬਲਿਸ਼ ਕਰਨ ਲਈ ਕੰਮ ਕਰੇਗੀ। ਠੀਕ ਹੈ ਜੀ। ਉਸ ਤੋਂ ਬਾਅਦ ਜਿਵੇਂ ਲਾਈਕ ਕੋਵਿਡ ਆ ਗਿਆ, ਉਸ ਟਾਈਮ ਤੇ ਕਿਵੇਂ ਰਿਸਪੌਂਡ ਕਰਨਾ ਹੈ ਹੁਣ ਸਪਲਾਈ ਚੇਨ ਦੇ ਲੋਕਾਂ ਨੇ, that is what this institution will help in establishing the communication between various governments। ਠੀਕ ਹੈ ਜੀ। ਉਹ ਤੋਂ ਬਾਅਦ ਆਈਪੀਐਫ ਲੇਬਰ ਰਾਈਟਸ ਐਡਵਾਈਜ਼ਰੀ ਬੋਰਡ, ਰਾਈਟ। ਨਾਓ ਦਿਸ ਵਿਲ ਫੋਕਸ ਔਨ ਵਰਕਰ ਰਾਈਟਸ, ਲੇਬਰ ਰਾਈਟਸ ਤੇ ਵਰਕ ਕਰੇਗੀ। ਜਿਹੜੇ ਵੀ ਉਹ ਸਪਲਾਈ ਚੇਨ ਦੇ ਏਰੀਆ ਵਿੱਚ ਵਰਕ ਕਰ ਰਹੇ ਆ ਉਹਨਾਂ ਦੇ ਰਾਈਟਸ ਵੀ ਮੇਨਟੇਨ ਰਹਿਣੇ ਚਾਹੀਦੇ ਆ, ਇਨਵੈਸਟਮੈਂਟਸ ਵਗੈਰਾ ਸਿਕਿਉਰ ਰਹਿਣਾ ਚਾਹੀਦੀਆਂ। ਠੀਕ ਹੈ, ਸੋ ਇਹਨੂੰ ਯਾਦ ਰੱਖੋ, ਇੰਪੋਰਟੈਂਟ ਹੈ, ਇੰਟਰਨੈਸ਼ਨਲ ਨਈ ਆਰਗੇਨਾਈਜੇਸ਼ਨ ਦੀ ਤਰ੍ਹਾਂ ਇਹ ਇਮਰਜ ਹੋ ਕੇ ਆਏਗਾ। ਇੰਡੋ ਪੈਸੀਫਿਕ ਰੀਜਨ ਜਿਹੜਾ ਹੈ ਹੁਣ ਬਹੁਤ ਹੀ ਇੰਪੋਰਟੈਂਟ ਸਟ੍ਰੈਟੇਜਿਕ ਰੀਜਨ ਹੈ, ਉਸ ਦੇ ਵਿੱਚ ਇੱਕ ਇਹੋ ਜਿਹੀ ਆਰਗੇਨਾਈਜੇਸ਼ਨ ਬਣਨਾ ਵਿਚ ਇਜ਼ ਆਲਸੋ ਇੰਡੀਆ ਲੈਡ ਐਂਡ this is going to impact geopolitics a lot। ਹੋ ਸਕਦਾ ਹੈ ਫਿਊਚਰ ਜਾ ਕੇ ਇਹ ਬਹੁਤ ਹੀ ਵੱਡੀ ਆਰਗੇਨਾਈਜੇਸ਼ਨ ਦੀ ਤਰ੍ਹਾਂ ਇਮਰਜ ਕਰੇ, ਰਾਈਟ। ਸੋ ਇਹਨੂੰ ਧਿਆਨ ਰੱਖੋ। ਫਾਈਨਲ ਹੈਗਾ ਹੈ ਪੀਐਮ ਲਾਂਚਸ ਵਿਕਸਿਤ ਭਾਰਤ ਸੰਕਲਪ ਯਾਤਰਾ। ਠੀਕ ਹੈ ਜੀ, ਪ੍ਰੀਲਿਮਸ ਦਾ ਕੁਐਸਚਨ ਬਣ ਸਕਦਾ ਹੈ ਵਾਟ ਇਜ਼ ਵਿਕਸਿਤ ਭਾਰਤ ਸੰਕਲਪ ਯਾਤਰਾ, ਏਮ ਕਿਆ ਹੈ ਇਹਦਾ। ਸੋ ਬੇਸਿਕਲੀ ਕਿਆ ਹੈ, ਦੇਖੋ ਆਪਣੇ ਕੰਟਰੀ ਵਿੱਚ ਬਹੁਤ ਸਾਰੀ ਸਕੀਮਸ ਜਿਹੜੀਆਂ ਚੱਲਦੀਆਂ ਰਹਿੰਦੀਆਂ ਨੇ, ਡਿਫਰੈਂਟ ਲੈਟਸ ਸੇ ਕਿ ਵਿਮਨ ਦੇ ਵੈਲਫੇਅਰ ਲਈ देयर ਵਿਲ ਬੀ ਹੰਡਰਡਸ ਆਫ ਸਕੀਮਸ। ਕੋਈ ਉਹਨਾਂ ਦੀ ਹੈਲਥ ਤੇ ਫੋਕਸ ਕਰੇਗਾ, ਕੋਈ ਉਹਨਾਂ ਨੂੰ ਮਟਰਨਿਟੀ ਬੈਨੀਫਿਟਸ ਦੇਗਾ, ਕੋਈ ਉਹਨਾਂ ਨੂੰ ਨਿਊਟ੍ਰੀਸ਼ਨ ਲਈ ਸਪੈਸੀਫਿਕਲੀ ਬਣੀ ਹੋਏਗੀ। ਠੀਕ ਹੈ, ਕੋਈ ਉਹਨਾਂ ਨੂੰ ਹਸਪੀਟਲ ਕੰਸੈਸ਼ਨਸ ਵਗੈਰਾ ਦੇਗਾ, ਕੋਈ ਉਹਨਾਂ ਦੀ ਇੰਪਲੋਇਮੈਂਟ ਜਨਰੇਸ਼ਨ ਤੇ ਕੰਮ ਕਰੇਗਾ, ਰਾਈਟ। ਸੋ देयर ਆਰ ਹੰਡਰਡਸ ਆਫ ਸਕੀਮਸ ਇਨ ਆਰ ਕੰਟਰੀ ਫॉर ਡਿਫਰੈਂਟ ਸੈਕਸ਼ਨਸ ਆਫ ਦੀ ਸੋਸਾਇਟੀ। ਬਟ ਇਹ ਹੈ ਕਿ ਕਈ ਵਾਰ ਬੈਨੀਫੀਸ਼ਰੀਜ਼ ਨੂੰ ਖੁਦ ਨੂੰ ਹੀ ਨਹੀਂ ਪਤਾ ਹੁੰਦਾ ਕਿ ਉਹਨਾਂ ਲਈ ਇਹ ਸਕੀਮਸ ਜਿਹੜੀਆਂ ਵਰਕ ਕਰ ਰਹੀਆਂ ਉਹਨਾਂ ਦੇ ਵੈਲਫੇਅਰ ਲਈ। ਠੀਕ ਹੈ, ਸੋ ਇਸ ਇਸ਼ੂ ਨੂੰ ਹੀ ਡੀਲ ਕਰਨ ਲਈ ਪ੍ਰਾਈਮ ਮਿਨਿਸਟਰ ਮੋਦੀ ਨੇ ਵਿਕਸਿਤ ਭਾਰਤ ਸੰਕਲਪ ਯਾਤਰਾ ਚਲਾਈ ਹੈ। ਵਿਦ that has the main aim ਕਿ ਸਾਰੇ ਲੋਕਾਂ ਤੱਕ, ਸਾਰੇ ਐਲੀਜੀਬਲ ਸਿਟੀਜ਼ਨਸ ਤੱਕ ਜਾਂ ਐਲੀਜੀਬਲ ਬੈਨੀਫੀਸ਼ਰੀਜ਼ ਤੱਕ ਪਹੁੰਚਿਆ ਜਾਵੇ। ਸਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਉਹਨਾਂ ਲਈ ਕਿਆ ਗਵਰਨਮੈਂਟ ਦੀਆਂ ਸਕੀਮਸ ਜਿਹੜੀਆਂ ਹੈ ਵਰਕ ਕਰ ਰਹੀਆਂ ਹੈ। ਠੀਕ ਹੈ, ਇਸੇ ਲਈ ਇਹਦੇ ਨਾਲ ਕਿਆ ਕਰ ਰਹੇ ਹੈ ਕਿ ਪ੍ਰਾਈਮ ਮਿਨਿਸਟਰ ਮੋਦੀ ਵੈਨਸ ਜਿਹੜੀਆਂ ਹੈ ਚਲਾਈ ਗਈਆਂ ਹੈ, 5 ਵੈਨਸ ਸ਼ੁਰੂ ਕੀਤੀਆਂ ਸਪੈਸੀਫਿਕਲੀ। ਠੀਕ ਹੈ, ਹੋਰ ਵੈਨਸ ਵੀ ਸ਼ੁਰੂ ਕਰਨ ਦਾ ਟਾਰਗੇਟ ਹੈ, ਜਿਹੜੀਆਂ ਅਗਲੀ 25 ਜਨਵਰੀ 2024 ਤੱਕ ਜਗ੍ਹਾ ਤੇ ਜਾ ਕੇ ਰੂਰਲ ਏਰੀਆਜ਼, ਅਰਬਨ ਏਰੀਆਜ਼ ਤੇ ਜਾ ਕੇ ਗਵਰਨਮੈਂਟ ਦੀ ਵੇਰੀਅਸ ਸਕੀਮਸ, ਸਪੈਸ਼ਲੀ ਜਿਹੜੇ ਵੀ ਇੰਪੋਰਟੈਂਟ ਫਲੈਗਸ਼ਿਪ ਪ੍ਰੋਗਰਾਮਸ ਹੈ ਲਾਈਕ ਆਯੁਸ਼ਮਾਨ ਭਾਰਤ, ਮਨਰੇਗਾ ਵਗੈਰਾ, ਉਹਨਾਂ ਤੇ ਸਭ ਤੋਂ ਜ਼ਿਆਦਾ ਫੋਕਸ, ਉਹਨਾਂ ਬਾਰੇ ਇਨਫੋਰਮੇਸ਼ਨ ਲੋਕਾਂ ਤੱਕ ਪਹੁੰਚਾਉਣਗੇ, ਰਾਈਟ। ਸੋ ਇਹਨਾਂ ਦਾ ਟਾਰਗੇਟ ਹੈ ਕਿ 25 ਜਨਵਰੀ ਤੱਕ ਜਿੰਨੀਆਂ ਵੀ ਸਾਡੀਆਂ ਗ੍ਰਾਮ ਪੰਚਾਇਤ ਹੈ, 2.7 ਲੱਖ ਗ੍ਰਾਮ ਪੰਚਾਇਤਸ ਹੈ, ਉਹਨਾਂ ਸਭ 'ਚ ਪਹੁੰਚਿਆ ਜਾਵੇ। 15,000 ਅਰਬਨ ਲੋਕੇਸ਼ਨਸ ਤੇ ਪਹੁੰਚਿਆ ਜਾਵੇ ਤਾਂ ਕਿ ਲੋਕਾਂ ਨੂੰ ਉਹਨਾਂ ਦੇ ਰਾਈਟਸ, ਉਹਨਾਂ ਦੀ ਸਕੀਮਸ ਦੇ ਬਾਰੇ, ਉਹਨਾਂ ਦੇ ਬੈਨੀਫਿਟਸ ਦੇ ਬਾਰੇ ਜਾਗਰੂਕ ਕੀਤਾ ਜਾ ਸਕੇ, ਰਾਈਟ। ਸੋ ਇਟ ਇਜ਼ ਅ ਵੈਰੀ ਗੁੱਡ ਸਕੀਮ ਟੂ ਐਕਚੁਅਲੀ ਰੀਡ ਟੂ ਦੀ ਬੈਨੀਫਿਸ਼ਰੀ। ਲੈਟਸ ਸੀ ਕਿ ਇਹ ਕੋਈ ਇੰਪੈਕਟ ਕ੍ਰੀਏਟ ਕਰ ਪਾਉਂਦੀ ਹੈ ਕਿ ਨਹੀਂ, that we will only know how it is implemented। ਠੀਕ ਹੈ ਜੀ, that is all for this discussion। in case of any doubt, any query, you have this number। ਠੀਕ ਹੈ ਜੀ, ਸਾਡੇ ਟੈਲੀਗ੍ਰਾਮ ਚੈਨਲ ਦਾ ਲਿੰਕ ਜਿਹੜਾ ਡਿਸਕ੍ਰਿਪਸ਼ਨ ਬਾਕਸ 'ਚ ਪੋਸਟ ਕੀਤਾ ਹੋਇਆ ਹੈ, if you want the PDF of this discussion, so that is there। Thank you so much for joining।